ਭਿਖੇ ਕੇ ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੈ। ਸਾਚੇ ਸਾਚੋ ਜਾਣੀਐ, ਇਕ ਚਿਤ੍ਤਹਿ ਲਿਵ ਲਾਵੈ। ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨ ਧਾਵੈ। ਨਿਰੰਕਾਰ ਕੈ ਵਸੈ ਦੇਸ, ਹੁਕਮ ਬੁਝ ਵਿਚਾਰ ਪਾਵੈ। ਕਲ ਮਾਹਿ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ। ਗੁਰ ਮਿਲਿਆ ਸੋਏ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੰਗ 1395। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਵਡਿਆਈ ਵਿੱਚ ਭੱਟ ਸਾਹਿਬਾਨਾਂ ਦੇ ਸਵਈਏ ਚੱਲ ਰਹੇ ਨੇ। ਕੁੱਲ 18 ਔਰ ਕੀਰਤ ਭੱਟ ਜੀ ਦੇ 4 ਸਵਈਆਂ ਤੋਂ ਉਪਰੰਤ ਭੱਟ ਭਿੱਖਾ ਜੀ ਦੇ ਸਵਈਏ ਪ੍ਰਾਰੰਭ ਹੋ ਰਹੇ ਨੇ 19ਵੇਂ ਸਵਈਏ ਤੋਂ। ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੈ। ਗੁਰ ਅਰਥਾਤ ਧੰਨ ਗੁਰੂ ਅਮਰਦਾਸ ਮਹਾਰਾਜ ਗਿਆਨ ਔਰ ਧਿਆਨ ਸਰੂਪ ਨੇ, ਜਾਂ ਫਿਰ ਉਹੀ ਸਾਡਾ ਗਿਆਨ ਤੇ ਉਹੀ ਸਾਡਾ ਧਿਆਨ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਭਾਵ ਉਸੇ ਤੋਂ ਹੀ ਅਸੀਂ ਗਿਆਨ ਦੀ ਪ੍ਰਾਪਤੀ ਕਰਦੇ ਹਾਂ ਤੇ ਉਸੇ ਦਾ ਹੀ ਧਿਆਨ ਧਰਦੇ ਹਾਂ। ਅਤੇ ਤਤ ਸਿਉ ਤਤ ਮਿਲਾਵੈ, ਉਹਨਾਂ ਨੇ ਤਤ ਅਰਥਾਤ ਆਤਮਾ ਨੂੰ ਤਤ ਭਾਵ ਪਰਮਾਤਮਾ ਦੇ ਨਾਲ ਮੇਲਣਾ ਜਾਂ ਮਿਲਾਉਣਾ ਕੀਤਾ ਹੈ। ਜਿਵੇਂ ਬ੍ਰਹਮ ਮਿਲਿਆ ਕੋਇ ਨਾ ਸਾਕਾ ਭਿੰਨ ਕਰ ਬਲਰਾਮ ਜੀਓ, ਜਾਂ ਫਿਰ ਤਤ ਸਿਉ ਤਤ ਮਿਲਾਵੈ, ਭਾਵ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਵਾਲੀ ਅਵਸਥਾ ਹੈ। ਮਹਾਰਾਜ ਕਹਿੰਦੇ ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੈ। ਸਾਚੇ ਸੱਚ ਜਾਣੀਐ, ਇਕ ਚਿਤ੍ਤਹਿ ਲਿਵ ਲਾਵੈ। ਸਾਚੇ ਅਰਥਾਤ ਸੱਚੇ ਨਾਮ ਦੇ ਦੁਆਰਾ, ਸੱਚ ਅਰਥਾਤ ਸੱਚੇ ਹਰੀ ਨੂੰ ਜਾਣੀਐ, ਭਾਵ ਜਾਣੀਦਾ ਹੈ। ਠੀਕ ਉਵੇਂ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਵੀ ਇੱਕ ਚਿੱਤ ਹੈ ਅਰਥਾਤ ਇਕਾਗਰ ਚਿੱਤ ਹੋ ਕੇ ਹਰੀ ਦੇ ਚਰਨਾਂ ਵਿੱਚ ਲਿਵ ਜਾਂ ਬਿਰਤੀ ਲਾ ਰਹੇ ਹਨ। ਜਾਂ ਫਿਰ ਸੱਚ ਜਾਣੀਐ, ਇੱਕ ਚਿੱਤਾ ਲਿਵ ਲਾਵੈ, ਅਰਥਾਤ ਜਿਹੜਾ ਵੀ ਜੀਵ ਇਕਾਗਰ ਚਿੱਤ ਹੋ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਲਿਵ ਲਾਉਣੀ ਕਰਦਾ ਹੈ, ਉਹ ਸਤ ਸਰੂਪ ਹਰੀ ਨੂੰ ਸੱਚ ਜਾਣੀਐ ਅਰਥਾਤ ਨਿਸ਼ਚਾ ਕਰਕੇ ਜਾਣ ਲੈਂਦਾ ਹੈ ਜੀ। ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨ ਧਾਵੈ। ਉਹ ਜੀਵ ਕਾਮ ਕ੍ਰੋਧ ਆਦਿ ਨੂੰ ਵਸ ਵਿੱਚ ਕਰ ਲੈਂਦਾ ਹੈ ਅਤੇ ਪਵਨ ਉਡੰਤ ਨ ਧਾਵੇ, ਉਸ ਦਾ ਪਾਉਣ ਵੱਤ ਚੰਚਲ ਮਨ ਨਾ ਤਾਂ ਉੱਡਦਾ ਹੀ ਹੈ ਤੇ ਨਾ ਹੀ ਧਾਉਂਦਾ ਅਰਥਾਤ ਭਟਕਦਾ ਹੈ। ਨਿਰੰਕਾਰ ਕੈ ਵਸੈ ਦੇਸ, ਹੁਕਮ ਬੁਝ ਵਿਚਾਰ ਪਾਵੈ। ਉਹ ਜੀਵ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਹੁਕਮ ਨੂੰ ਬੁੱਝ ਕੇ ਬ੍ਰਹਮ ਦੇ ਵਿਚਾਰ ਨੂੰ ਪਾਉਂਦਾ ਹੈ ਅਤੇ ਨਿਰੰਕਾਰ ਦੇ ਦੇਸ ਵਿੱਚ ਵਸਦਾ ਅਰਥਾਤ ਨਿਰਵਿਕਲਪ ਸਮਾਧੀ ਲਾਉਂਦਾ ਹੈ ਜੀ। ਕਲ ਮਾਹਿ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ। ਗੁਰ ਮਿਲਿਆ ਸੋਏ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਕਲ ਮਾਹਿ ਰੂਪ ਕਰਤਾ ਪੁਰਖ, ਧੰਨ ਗੁਰੂ ਅਮਰਦਾਸ ਮਹਾਰਾਜ ਇਸ ਕਲ ਯੁੱਗ ਦੇ ਵਿੱਚ ਮਾਨੋ ਕਰਤਾ ਪੁਰਖ ਦਾ ਹੀ ਸਾਖਸ਼ਾਤ ਜਾਂ ਪ੍ਰਗਟ ਰੂਪ ਨੇ। ਕਲ ਮਾਹਿ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ। ਪਰ ਇਸ ਭੇਦ ਨੂੰ ਕੇਵਲ ਉਹੀ ਜੀਵ ਜਾਣਦਾ, ਉਹੀ ਗੁਰਮੁਖ ਜਾਣਦਾ ਹੈ ਜਿਨ ਕਿਛ ਕੀਓ, ਜਿਸ ਨੇ ਪੂਰਵ ਜਨਮਾਂ ਦੇ ਵਿੱਚ ਕੋਈ ਪੁੰਨ ਕਰਮ ਕੀਤਾ, ਭਗਤੀ ਕੀਤੀ ਹੈ। ਗੁਰ ਮਿਲਿਆ ਸੋਏ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਗੁਰ ਮਿਲਿਆ ਸੋਏ ਭਿਖਾ ਕਹੈ, ਭਿੱਖਾ ਭੱਟ ਜੀ ਕਹਿੰਦੇ ਹਨ ਕਿ ਮੈਨੂੰ ਉਹ ਗੁਰੂ ਮਿਲ ਪਿਆ ਅਰਥਾਤ ਧੰਨ ਗੁਰੂ ਅਮਰਦਾਸ ਮਹਾਰਾਜ ਮਿਲਿਆ। ਸਹਿਜ ਰੰਗ ਦਰਸ਼ਨ ਦਿਓ, ਜਿਨ੍ਹਾਂ ਨੇ ਮੈਨੂੰ ਸਹਿਜ ਰੰਗ ਅਰਥਾਤ
ਸਹਿਜ ਪ੍ਰੇਮ ਹੋ ਕੇ ਜਾਂ ਸਹਿਜ ਪ੍ਰੇਮ ਦੇ ਸਦਕਾ ਦਰਸ਼ਨ ਦੇਣੇ ਕੀਤੇ ਹਨ ਜੀ। ਅੱਗੋਂ 20ਵੇਂ ਸਵਈਏ ਵਿੱਚ ਭਿੱਖਾ ਭੱਟ ਜੀ ਕਿਰਪਾ ਕਰਦੇ ਹਨ। ਕਹਿੰਦਾ ਰਹਿਆ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਨੈ ਨਾ ਪਰਚੋ ਲਾਇਓ, कहते है कहती सुनी रहत को खुशी न आयो, हर नाम छोड़ दूजा लगे तिनके गुण हो क्या कहा, गुर दई मिलायो भिखिया जिव तू रखै तिव रहो, रहयो संत हो टोल साध बहु तेरे डिठे। ਭਿੱਖਾ ਭੱਟ ਜੀ ਕਥਨ ਕਰਦੇ ਨੇ, ਕਹਿੰਦੇ ਰਹਿਓ ਅਰਥਾਤ ਮੈਂ ਤਾਂ ਰਹਿ ਗਿਆ, ਭਾਵ ਥੱਕ ਗਿਆ। ਸੰਤ ਹੋ ਟੋਲ, ਸੰਤ ਸਤਿਗੁਰੂ ਨੂੰ ਟੋਲਦਾ ਅਰਥਾਤ ਭਾਲਦਾ ਜਾਂ ਲੱਭਦਾ। ਉਂਝ ਸਾਧ ਬਹੁ ਤੇਰੇ ਡਿੱਠੇ, ਪਾਤਸ਼ਾਹ ਕਹਿੰਦੇ ਸਾਧ ਅਰਥਾਤ ਭੇਖੀ ਤਾਂ ਬਹੁਤ ਵੇਖੇ ਹਨ। ਕਿਹੜੇ ਸਾਧ? ਸੰਨਿਆਸੀ ਤਪਸੀਆ ਮੁਖੋਂ ਇਹ ਪੰਡਿਤ ਮਿੱਠੇ, ਸੰਨਿਆਸ ਕਮਾਉਣ ਵਾਲੇ ਸੰਨਿਆਸੀ, ਤਪ ਕਰਨੇ ਵਾਲੇ ਤਪਸਵੀ ਅਤੇ ਮੂੰਹੋਂ ਮਿੱਠੇ ਪੰਡਿਤ ਅਰਥਾਤ ਖੋਤੀ ਵਿਦਵਾਨ ਵੀ ਵੇਖੇ ਹਨ। ਕਹਿੰਦਾ ਬਰਸ ਏਕ ਹੋਂ ਫਿਰਿਓ ਕਨੈ ਨਾ ਪਰਚੋ ਲਾਇਓ, कहते है कहती सुनी रहत को खुशी न आयो, बरस एक हों फिरियो। ਸੰਤ ਸਤਿਗੁਰੂ ਦੀ ਭਾਲ ਵਿੱਚ ਮੈਂ 1 ਸਾਲ ਫਿਰਿਆ ਹਾਂ, ਪਰ ਕਿਸੇ ਨੇ ਵੀ ਮੇਰੀ ਤਸੱਲੀ ਨਹੀਂ ਕਰਵਾਈ। ਕਹਿੰਦਾ ਨਾ ਪਰਚਾ ਲਾਇਓ, ਕਿਸੇ ਨੇ ਮੇਰਾ ਮਨ ਪਰਚਾਇਆ ਨਹੀਂ, ਮੇਰੀ ਨਿਸ਼ਾਨੀ ਕਰਵਾਈ। ਕਹਿੰਦਾ ਕਹਤੇ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਆ, ਕੇਵਲ ਕਹਿੰਦੀ ਹੀ ਕਹਿੰਦੀ ਜਾਂ ਆਖਦੀ ਸੁਣੀ ਹੈ ਕੁੱਲ ਲੁਕਾਈ, ਪਰ ਕਿਸੇ ਦੀ ਰਹਿਤ ਜਾਂ ਕਹਿਣੀ ਵਰਗੀ ਰਹਿਣੀ ਵੇਖ ਮੇਰੇ ਮਨ ਨੂੰ ਖੁਸ਼ੀ ਨਹੀਂ ਆਈ, ਅਰਥਾਤ ਪ੍ਰਸੰਨਤਾ ਨਹੀਂ ਹੋਈ। ਕਿਉਂਕਿ ਹਰ ਨਾਮ ਛੋੜ ਦੂਜੈ ਲੱਗੇ ਤਿਨਕੇ ਗੁਣ ਹੋ ਕਿਆ ਕਹਾਂ, ਗੁਰ ਦਈ ਮਿਲਾਇਓ ਭਿਖਿਆ ਜਿਵ ਤੂੰ ਰੱਖਾ ਤਿਵ ਰਹਾ, ਹਰ ਨਾਮ ਛੋੜ ਦੂਜੈ ਲੱਗੇ। ਜਿਹੜੇ ਵੀ ਭਰਮੀ ਪੁਰਸ਼ ਇੱਕ ਹਰੀ ਦੇ ਨਾਮ ਨੂੰ ਛੱਡ ਕੇ ਦੂਜ ਭਾਵ ਅਰਥਾਤ ਮਾਇਆ ਦੇ ਪ੍ਰੇਮ ਵਿੱਚ ਲੱਗੇ ਹਨ, ਤਿਨਕੇ ਗੁਣ ਹੋ ਕਿਆ ਕਹਾਂ, ਮੈਂ ਉਹਨਾਂ ਦੇ ਕਿਹੜੇ ਗੁਣਾਂ ਨੂੰ ਕਹਿਣਾ ਕਰਾਂ, ਅਰਥਾਤ ਕਹਿਣੇ ਲੈ ਕੋਈ ਵੀ ਗੁਣ ਨਹੀਂ ਉਹਨਾਂ ਦੇ ਵਿੱਚ। ਮਾਰੇ ਕਹਿੰਦਾ ਗੁਰ ਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖਾ ਤਿਵ ਰਹਾ। ਭਿੱਖਾ ਭੱਟ ਜੀ ਕਥਨ ਕਰਦੇ ਹਨ ਕਿ ਹੁਣ ਦਇਆ ਦੇ ਘਰ ਪਰਮੇਸ਼ਰ ਨੇ ਸਾਨੂੰ ਤੁਰ ਉੱਠ ਕੇ ਸੰਤ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਲ ਮਿਲਣਾ ਕੀਤਾ। ਗੁਰ ਅਰਥਾਤ ਗੁਰੂ ਦੇ ਨਾਲ ਦਈਏ ਅਰਥਾਤ ਦਇਆ ਦੇ ਘਰ ਪਰਮੇਸ਼ਰ ਨੇ ਮਿਲਾਇਓ ਸਾਨੂੰ ਮਿਲਣਾ ਕੀਤਾ। ਭਿੱਖਾ ਭੱਟ ਜੀ ਕਹਿੰਦੇ ਨੇ, ਕਹਿੰਦਾ ਜਿਵ ਤੂੰ ਰੱਖਾ ਤਿਵ ਰਹਾ, ਅਤੇ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹੁਣ ਤੁਸੀਂ ਸਾਨੂੰ ਜਿਹੜੇ ਵੀ ਰੰਗ 'ਚ ਰੱਖੋਗੇ ਅਸੀਂ ਉਸੇ ਰੰਗ 'ਚ ਰਹਿਣਾ ਕਰਾਂਗੇ, ਜਿੱਥੇ ਵੀ ਰੱਖੋਗੇ ਅਸੀਂ ਉੱਥੇ ਹੀ ਰਹਿਣਾ ਕਰਾਂਗੇ। ਅੱਗੋਂ 21ਵੇਂ ਸਵਈਏ ਦੇ ਵਿੱਚ ਸੱਲ ਭੱਟ ਜੀ ਕਥਨ ਕਰਦੇ ਹਨ, ਕਹਿੰਦਾ ਪਹਿਰ ਸਮਾਧ ਸਨਾਹ ਗਿਆਨ ਹੈ ਆਸਣ ਚੜ੍ਹਿਆ, ਧਰਮ ਧਨਖ ਕਰ ਗਹਿਓ ਭਗਤ ਸੀਲ ਹੈ ਸਰ ਲੜਿਆ, ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ, ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਖੰਡਿਓ, ਪੱਲੋ ਪੁਹਾਲ ਤੈ ਜੋ ਤਨ ਨ੍ਰਿਪਤ ਨਾਥ ਨਾਨਕ ਬਰ, ਗੁਰ ਅਮਰਦਾਸ ਸੱਚ ਸਲ ਪਣ ਤੈ ਦਲ ਜਿੱਤੋ ਇਵ ਜੁਧ ਕਰ, ਪਹਿਰ ਸਮਾਧ ਸੁਨਾਹ ਗਿਆਨ ਹੈ ਆਸਣ ਚੜ੍ਹਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦੁਆਰਾ ਕੀਤੇ ਰੂਹਾਨੀ ਯੁੱਧ ਦਾ ਵਰਣਨ ਕਰਦਿਆਂ ਸੱਲ ਭੱਟ ਜੀ ਕਥਨ ਕਰਦੇ ਹਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀਓ, ਤੁਸੀਂ ਪਹਿਰ ਸਮਾਧ ਸੁਨਾਹ ਸਮਾਧੀ ਰੂਪ ਸੁਨਾਹ ਅਰਥਾਤ ਸੰਜੋ ਜਾਂ ਫੁਲਾਦੀ ਪੁਸ਼ਾਕ ਪਹਿਨ ਕੇ ਗਿਆਨ ਹੈ ਆਸਣ ਚੜ੍ਹਿਓ, ਅਰਥਾਤ ਗਿਆਨ ਰੂਪੀ ਆਸਣ ਅਥਵਾ ਕਾਠੀ ਜਾਂ ਘੋੜੇ 'ਤੇ ਚੜ੍ਹਨਾ ਕੀਤਾ ਹੈ ਜੀ।
ਧਰਮ ਧਨਖ ਕਰ ਗਹਿਓ ਭਗਤ ਸੀਲਾ ਸਰ ਲੜਿਓ। ਕਹੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਧਰਮ ਧਨਖ ਕਰ ਗਇਓ। ਧਰਮ ਦਾ ਧਨੁੱਖ ਜਾਂ ਕਮਾਨ ਹੱਥ ਦੇ ਵਿੱਚ ਫੜ ਕੇ ਕਰ ਕਹਿੰਦੇ ਨੇ, ਹੱਥ ਨੂੰ ਕਰ ਗਹਿਓ। ਭਗਤ ਸੀਲਾ ਸਰ ਲੜਿਓ, ਤੇ ਭਗਤੀ ਔਰ ਸੀਲਤਾ ਅਰਥਾਤ ਠਰਮੇ ਰੂਪੀ ਸਰ ਭਾਵ ਤੀਰਾਂ ਦੇ ਨਾਲ ਲੜੇ ਹੋ। ਭੈ ਨਿਰਭਉ ਹਰਿ ਅਟਲ ਮਨ ਸ਼ਬਦ ਗੁਰ ਨੇਜਾ ਕੱਢਿਓ। ਕਹੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਸੰਸਾਰੀ ਭੈ ਤੋਂ ਨਿਰਭਉ ਹੋ। ਭੈ ਨਿਰਭਉ ਹਰਿ ਅਟਲ ਮਨ, ਅਟਲ ਹਰਿ ਨੂੰ ਮਨ ਦੇ ਵਿੱਚ ਧਾਰ ਕੇ ਸ਼ਬਦ ਗੁਰ ਨੇਜਾ ਕੱਢਿਓ। ਗੁਰੂ ਦਾ ਸ਼ਬਦ ਰੂਪੀ ਨੇਜਾ ਕੱਢਣਾ ਕੀਤਾ ਹੈ ਜੀ। ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਖੰਡਿਓ। ਕਾਮ ਕ੍ਰੋਧ ਲੋਭ ਮੋਹ ਅਤੇ ਅਪਤ, ਇਹਨੂੰ ਅਪਤ ਨਹੀਂ ਪੜ੍ਹਨਾ। ਅਪਤ ਭਾਵ ਆਪਾ ਭਾਵ ਜਾਂ ਹੰਕਾਰ ਆਦਿ ਪੰਜਾਂ ਦੂਤਾਂ ਜਾਂ ਕਾਮ ਆਦਿਕਾਂ ਨੂੰ ਨਾਸ਼ ਕਰਨਾ ਕੀਤਾ ਹੈ ਜੀ। ਵਿਖੰਡਿਓ ਚੰਗੀ ਤਰ੍ਹਾਂ ਨਾਸ਼ ਕਰਨਾ ਕੀਤਾ ਹੈ। ਭੱਲੋ ਪੁਹਾਲ ਤੈਜੋ ਤਨ ਨਿਰਪਤ ਨਾਥ ਨਾਨਕ ਬਰ। ਗੁਰ ਅਮਰਦਾਸ ਸਚ ਸਲ ਭਾਣ ਤੈਂ ਦਲ ਜਿੱਤੋ ਇਵ ਜੁਧ ਕਰ। ਭੱਲੋ ਪੁਹਾਲ ਤੈਜੋ ਤਨ, ਇਹ ਭੱਲਿਆਂ ਦੀ ਕੁਲ ਵਿੱਚ ਪ੍ਰਗਟ ਹੋਏ ਪੁਹਾਲ ਅਰਥਾਤ ਭੂਪਾਲ ਜਾਂ ਰਾਜੇ ਤੇਜ ਭਾਨ ਜੀ ਦੇ ਪੁੱਤਰ ਤੇਜੋ ਤਨ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਓ। ਨਿਰਪਤ ਨਾਥ ਨਾਨਕ ਬਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਵਰ ਨਾਲ ਵਰਦਾਨ ਦੇ ਨਾਲ ਨਿਰਪਤ ਨਾਥ, ਨਿਰਪਤ ਹੁੰਦੇ ਨੇ ਰਾਜੇ ਨਰਾਂ ਦੇ ਪਤੀ। ਨਿਰਪਤ ਨਾਥ ਅਰਥਾਤ ਰਾਜਿਆਂ ਦੇ ਰਾਜੇ ਹੋ, ਨਿਬੜੇ ਹੋ। ਗੁਰ ਅਮਰਦਾਸ ਸਚ ਸਲ ਭਾਣ ਤੈ ਦਲ ਜਿੱਤੋ ਇਵ ਜੁਧ ਕਰ। ਸਲ ਭੱਟ ਜੀ ਕਥਨ ਕਰਦੇ ਹਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀਓ, ਮੈਂ ਆਖਦਾ ਹਾਂ ਕਿ ਤੁਸੀਂ ਇਸ ਤਰੀਕੇ ਦੇ ਨਾਲ ਦੈਵੀ ਔਰ ਰੂਹਾਨੀ ਯੁੱਧ ਕਰਕੇ ਵਿਕਾਰਾਂ ਰੂਪੀ ਦਲਾਂ ਨੂੰ ਜਿੱਤਣਾ ਕੀਤਾ ਹੈ ਜੀ। ਅੱਗੋਂ ਅੰਤਮ 22ਵੇਂ ਸਵਈਏ ਵਿੱਚ ਭੱਲ ਭੱਟ ਜੀ ਕਿਰਪਾ ਕਰਨ ਲੱਗੇ। ਕਹਿੰਦੇ ਘਨ ਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਹਿਤ ਭੱਟ ਸਾਹਿਬਾਨਾਂ ਦੇ ਸਵਈਆਂ ਵਿੱਚੋਂ ਅੰਤਮ 22ਵਾਂ ਸਵਈਆ ਭੱਲ ਭੱਟ ਜੀ ਦਾ। ਕਹਿੰਦੇ ਘਨ ਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਭੱਲ ਭੱਟ ਜੀ ਕਥਨ ਕਰਦੇ ਹਨ ਕਿ ਜਿਵੇਂ ਘਨ ਹਰ ਬੂੰਦ, ਬੱਦਲ ਦੀਆਂ ਬੂੰਦਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਬਸੋਰ ਮਾਵਲ, ਵਸੁਦਾ ਕਹਿੰਦੇ ਨੇ ਧਰਤੀ ਨੂੰ। ਵਸੁਦਾ ਜਾਂ ਧਰਤੀ ਦੀ ਰੁਮਾਵਲੀ ਜਾਂ ਬਨਸਪਤੀ ਅਰਥਾਤ ਧਰਤੀ ਦੇ ਰੁੱਖ ਬਿਰਖ ਘਾਹ ਬੂਟ ਅਤੇ ਬੇਲ ਬੂਟਿਆਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਜਿਵੇਂ ਕੁਸਮ ਬਸੰਤ ਗਨੰਤ ਨ ਆਵੈ, ਅਤੇ ਜਿਵੇਂ ਮਹਾਰਾਜ ਕਹਿੰਦੇ ਬਸੰਤ ਰੁੱਤੇ ਖਿੜੇ ਕੁਸਮ ਅਰਥਾਤ ਫੁੱਲਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ ਜੀ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਜਿਵੇਂ ਰਵ ਸਸ ਕਿਰਨ ਸੂਰਜ ਔਰ ਚੰਦਰਮੇ ਦੀਆਂ ਕਿਰਨਾਂ ਜਾਂ ਰਿਸ਼ਮਾਂ, ਉਦਰ ਸਾਗਰ ਕੋ ਸਮੁੰਦਰ ਦੇ ਪੇਟ ਅਰਥਾਤ ਗਹਿਰਾਈ ਜਾਂ ਡੂੰਘਾਈ, ਅਤੇ ਗੰਗ ਤਰੰਗ ਅੰਤ ਕੋ ਪਾਵੈ। ਗੰਗਾ ਦੀਆਂ ਤਰੰਗਾਂ ਜਾਂ ਲਹਿਰਾਂ ਦੀ ਗਿਣਤੀ ਕੌਣ ਪਾ ਸਕਦਾ ਹੈ, ਅਰਥਾਤ ਕੋਈ ਵੀ ਗਿਣਤੀ ਨਹੀਂ ਕਰ ਸਕਦਾ ਇਹਨਾਂ ਚੀਜ਼ਾਂ ਦੀ। ਮਹਾਰਾਜ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ। ਭੱਲ ਭੱਟ ਜੀ ਕਥਨ ਕਰਦੇ ਹਨ ਕਿ ਬੇਸ਼ੱਕ ਉੱਪਰ ਦੱਸੀਆਂ ਚੀਜ਼ਾਂ ਜਿਵੇਂ ਬੱਦਲ ਦੀਆਂ ਬੂੰਦਾਂ, ਧਰਤੀ ਦੀ ਰੁਮਾਵਲੀ, ਬਸੰਤ ਦੇ ਫੁੱਲ, ਸੂਰਜ ਔਰ ਚੰਦਰਮੇ ਦੀਆਂ ਕਿਰਨਾਂ ਜਾਂ ਰਿਸ਼ਮਾਂ, ਸਾਗਰ ਦੀ ਗਹਿਰਾਈ ਔਰ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਅਸੰਭਵ ਹੈ। ਪਰ ਫਿਰ ਵੀ ਸ਼ਾਇਦ ਮਹਾਰਾਜ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ। ਰੁਦਰ ਕਹਿੰਦੇ ਨੇ ਸ਼ਿਵ ਨੂੰ। ਰੁਦਰ ਧਿਆਨ ਤੋਂ ਭਾਵ ਸ਼ਿਵ ਵਰਗੀ ਅਖੰਡ ਸਮਾਧੀ ਲਾ ਕੇ
ਗਿਆਨ ਸਤਿਗੁਰ ਕੇ ਆਪਣੇ ਗੁਰੂ ਦੇ ਗਿਆਨ ਦੇ ਸਦਕਾ ਕਵਜਨ ਭਲ ਭੱਟ ਜੀ ਕਹਿੰਦੇ ਨੇ ਉਹਨਾਂ ਜੋ ਗਾਵੈ। ਹੋ ਸਕਦਾ ਕੋਈ ਇਹਨਾਂ ਚੀਜ਼ਾਂ ਦੀ ਵੀ ਗਿਣਤੀ ਕਰ ਜਾਵੇ, ਸੰਪੂਰਨ ਤੌਰ 'ਤੇ ਇਹਨਾਂ ਨੂੰ ਗਾ ਜਾਵੇ, ਪਰ ਮਾਰੇ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਉੱਪਰ ਦੱਸਿਆ ਸੀਮ ਚੀਜ਼ਾਂ ਦੀ ਗਿਣਤੀ ਤੇ ਕਰ ਸਕਦਾ ਕੋਈ ਸ਼ਿਵ ਵਰਗੀ ਅਖੰਡ ਸਮਾਧੀ ਲਾ ਕੇ ਆਪਣੇ ਗੁਰੂ ਦੇ ਗਿਆਨ ਸਦਕਾ, ਪਰ ਇਹ ਭੱਲਿਆਂ ਦੀ ਕੁਲ 'ਚ ਪੈਦਾ ਹੋਏ ਧੰਨ ਗੁਰੂ ਅਮਰਦਾਸ ਮਹਾਰਾਜ ਜੀਓ। ਭੱਲੇ ਅਮਰਦਾਸ ਗੁਣ ਤੇਰੇ, ਤੁਹਾਡੇ ਗੁਣਾਂ ਦੀ ਗਿਣਤੀ ਕੌਣ ਕਰ ਸਕਦਾ। ਮਾਰੇ ਕਹਿੰਦੇ ਤੇਰੀ ਉਪਮਾ ਤੋਹੇ ਬਣ ਆਵੇ। ਤੁਹਾਡੀ ਉਪਮਾ ਕੇਵਲ ਤੁਹਾਡੇ ਕੋਲੋਂ ਹੀ ਬਣ ਆਉਂਦੀ ਹੈ, ਤੁਹਾਡੀ ਵਡਿਆਈ ਕੇਵਲ ਤੁਹਾਡੇ ਕੋਲੋਂ ਹੀ ਹੋ ਸਕਦੀ ਹੈ ਜੀ। ਸੋ ਇਸੇ ਸਵਈਏ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਵਈਏ ਸੰਪੂਰਨ ਹੁੰਦੇ ਨੇ। ਪਾਤਸ਼ਾਹ ਦੀ ਵਡਿਆਈ ਹਿੱਤ ਪੱਟ ਸਾਹਿਬਾਨਾਂ ਦੇ ਸਵਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।